अपने इस काम वापस लो भाजी तुसी लो वापस लो देखो सारे हेलो सारे बेटी है गोपी जी वापस लो ਅਸੀਂ ਗੱਲਾਂ ਸੁਣਦੇ ਸਾਡੀਆਂ ਗਲਤ ਗੱਲ ਨਹੀਂ ਇਹ ਸਭ ਤੁਸੀਂ ਵੀ ਹੋ ਸਕਦੇ ਮਾਫੀ ਨਹੀਂ ਕਹਿੰਦੇ ਵਾਪਸ ਹੋ ਗਈ ਜੀ ਬੈਠ ਜਾਓ ਮੈਂ ਗਲਤ ਕਿਹਾ ਹੀ ਨਹੀਂ ਮੈਂ ਗਲਤ ਕਿਹਾ ਹੀ ਨਹੀਂ ਬਿਲਕੁਲ ਨਹੀਂ ਕਿਹਾ ਬਿਲਕੁਲ ਗਲਤ ਗੱਲ ਆ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਆਪਣੇ ਉਹ ਕਹਿੰਦੇ ਨੇ ਸਿਲੈਕਟਡ ਨਹੀਂ ਹੈਗੇ ਹਾਂ ਨਹੀਂ ਆਪਣੇ ਆਪ ਨੂੰ ਬੜਾ ਝਾੜੂ ਦੇ ਨਾਮ ਤੇ ਵੋਟਾਂ ਪੈ ਗਈਆਂ ਆਪਣੀ ਸਿੱਧ ਦੇਖੋ ਆਪਾਂ ਇੰਨੀ ਬਹਿਸ ਹੋ ਰਹੀ ਹੈ ਤੁਹਾਨੂੰ ਵੋਟਾਂ ਨਹੀਂ ਪਈਆਂ ਭੜਕਾਓ ਤੁਸੀਂ ਹੋ ਅਸੀਂ ਸੱਚ ਬੋਲਦੇ ਆ ਸੱਚ ਸੁਣਨ ਦੀ ਆਵਾਜ਼ ਰੱਖੋ फिर भी पैसे पूरे एक मिनट रखो मैं ਦੱਸਦਾ सुनो मेरी गल जनाब एक मिनट यार जी सर 40 पत्नी हल्का सी काम करके सुनो मेरी गल 40 करोड़ ਤੁਸੀਂ ਸਾਰੇ ਸ਼ਹਿਰ ਚੋਂ ਇਕੱਠਾ ਕਰਨਾ ਸੀ सर 40 करोड़ रुपए ਸਾਰੇ ਸ਼ਹਿਰ ਚੋਂ ਇਕੱਠਾ ਕਰਨਾ ਸੀ ਜੀ ਸਰ। 95 ਵਾਟਾਂ ਚੋਂ जी सर ਕੱਲਾ 9 ਕਰੋੜ ਗੁਰਪ੍ਰੀਤ ਦੀ ਕੱਲੀ ਇੱਕ ਘੁਮਾਰ ਮੰਡੀ ਦਾ ਤੁਸੀਂ ਬਣਾਤਾ सर ਜਿਹੜਾ 23 ਕਰੋੜ ਆ ਮਿਸਟਰ ਬਿੰਦਰਾ ਜਿਹੜਾ 23 ਕਰੋੜ ਰੁਪਈਆ ਤੁਸੀਂ ਸਾਰੇ ਸ਼ਹਿਰ ਚੋਂ ਇਕੱਠਾ ਕੀਤਾ ਤੁਸੀਂ ਇਹ ਕਹਿ ਰਹੇ ਹੋ ਮਾਨਯੋਗ ਐਮਐਲਏ ਸਾਹਿਬ ਨੇ ਕਿਹਾ ਕਿ ਵੀ ਮੇਰੇ ਏਰੀਆ ਦਾ 9 ਕਰੋੜ ਤੁਸੀਂ ਕਿਹਾ ਰਾਈਟ ਮੈਨੂੰ ਇਹ ਦੱਸਿਆ ਜਾਵੇ ਕਿ ਪਹਿਲੀ ਗੱਲ ਤੁਹਾਡਾ ਰੇਟ ਕੀ ਆ ਫਿਰ ਮੈਂ ਤੁਹਾਨੂੰ ਦੱਸਦਾ ਨੋਟੀਫਿਕੇਸ਼ਨ 1996 ਜਿਹੜੀ ਸੀਗੀ ਪੰਜਾਬ ਗਵਰਨਮੈਂਟ ਦੀ ਉਹ 'ਚ 23 ਰੁਪਈਆ 26 ਰੁਪਏ 32 ਪੈਸੇ ਪਰ ਸਕੁਅਰ ਫਿਟ ਸਰਕਾਰ ਨੇ ਰੇਟ ਫਿਕਸ ਕੀਤਾ ਸੀਗਾ ਕਿ ਵੀ ਤੁਸੀਂ ਇਸ ਰੇਟ ਦੇ ਵਿੱਚ ਆਪਣਾ CLU ਚੇਂਜ ਕਰਾ ਲਓ ਜਿਹੜੇ ਪੁਰਾਣੇ ਮੇਰੇ ਤਾਂ 50 ਸਾਲ ਪੁਰਾਣਾ ਬਾਜ਼ਾਰ ਆ ਨੰਬਰ 1 ਅਸੀਂ 26 ਰੁਪਏ 32 ਪੈਸੇ ਦੇਣ ਨੂੰ ਤਿਆਰ ਬੈਠੇ ਆ ਤੁਸੀਂ ਲਾ ਰਹੇ ਉੱਥੇ 4500 ਰੁਪਏ ਰੇਟ 5500 ਰੁਪਏ ਰੇਟ ਦੁਕਾਨਾਂ ਤੁਸੀਂ ਸੀਲ ਕੀਤੀਆਂ ਕਿਉਂ ਉਹਨਾਂ ਤੋਂ ਤੁਸੀਂ ਪੈਸੇ ਲਏ ਉਸ ਹਿਸਾਬ ਨਾਲ ਉਹ ਮੈਂ ਰਖਵਾਇਆ ਧੱਕੇ ਵਾਲਾ ਪੈਸਾ ਨਜਾਇਜ਼ ਜੇ ਤੁਸੀਂ ਸੋਚੋ ਸਾਰੇ ਸ਼ਹਿਰ ਦਾ ਪੈਸਾ ਤੁਸੀਂ ਇਕੱਲੇ ਥੋੜੇ ਜਿਹੇ ਆਪਣੀ ਵੱਡੇ ਹੁਕਮਰਾਨ ਜਿਹੜੇ ਪੁਰਾਣੇ ਸੀ ਉਹਨਾਂ ਦੇ ਕਹੇ ਦੇ ਉੱਤੇ ਆ ਕੇ ਤੁਸੀਂ ਮੇਰੇ ਤੇ ਗਾਲ ਸੁੱਟੋ ਤੇ ਉਹ ਤਾਂ ਦੋਸਤ ਮੈਂ ਹੋਣ ਨਹੀਂ ਦੇਣੀ ਨੰਬਰ 1 ਮਿੰਟ ਮਿਸਟਰ ਬਿੰਦਰਾ ਸੈਕਿੰਡ ਤੁਸੀਂ 9 ਕਰੋੜ ਰੁਪਇਆ ਮੇਰੇ ਵੱਲ ਕੱਢਿਆ ਆਪਣੇ ਮੂੰਹੋਂ ਸਾਰੀ ਹਾਊਸ ਮਾਨਯੋਗ ਸੁਣ ਰਿਹਾ ਪ੍ਰੈਸ ਸੁਣ ਰਹੀ ਕਮਿਸ਼ਨਰ ਸਾਹਿਬ ਤੇ ਮੇਰੇ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਮੈਨੂੰ 9 ਕਰੋੜ ਰੁਪਏ ਦੀ ਅੱਜ ਸ਼ਾਮ ਨੂੰ ਤੁਹਾਡੇ ਕੋਲ ਸਾਰੀ ਮੈਨੂੰ ਡਿਟੇਲ ਚਾਹੀਦੀ ਹੈ ਮੇਰੇ ਕਿਸ ਏਰੀਆ 'ਚ 9 ਕਰੋੜ 25 ਲੱਖ ਆ ਜੇ ਜੈਨੂਅਲ ਹੋਇਆ ਤਾਂ ਕੱਲ 11 ਵਜੇ ਤੱਕ 9 ਕਰੋੜ ਛੱਡ ਕੇ ਤੁਹਾਨੂੰ 10 ਕਰੋੜ ਜਮ੍ਹਾਂ ਕਰਾ ਕੇ ਦੂੰਗਾ ਮੈਂ ਤੁਹਾਡਾ ਮੇਰਾ ਵਾਅਦਾ ਜੇ ਐਸ ਪਰ ਨੋਨ ਐਸ ਪਰ ਪਾਲਿਸੀ ਹੋਇਆ ਅਦਰਵਾਈਜ਼ ਇਸ ਤਰੀਕੇ ਦਾ ਬਿਲਕੁਲ ਨਹੀਂ ਕਹਿਣਾ ਵੀ ਸਾਰੇ ਸ਼ਹਿਰ 'ਚੋਂ ਤੁਸੀਂ 40 ਕਰੋੜ ਰੁਪਇਆ ਲੈਣਾ ਤੇ 9 ਕਰੋੜ ਰੁਪਇਆ ਇਕੱਲਾ ਮੇਰੇ ਤੋਂ ਲੈਣਾ ਕੀ ਗੱਲ ਬਾਕੀ ਐਡੇ ਮਾਲ ਐਡੇ ਹੋਟਲਸ ਐਡੇ ਸਾਰਾ ਕੁਝ
ਇਹ ਜਿਹੜੀਆਂ ਦੁਕਾਨਾਂ ਮੇਰੇ ਏਰੀਆ ਦੀਆਂ ਬਣੀਆਂ ਨੇ ਛੋਟੀਆਂ 15 ਗਾਇ ਦੀਆਂ 50 ਸਾਲ ਪੁਰਾਣੀਆਂ, ਕਿਆ 9 ਕਰੋੜ ਤੁਸੀਂ ਉਹ ਕੁਮਾਰ ਮੰਡੀ ਦੀਆਂ 250 ਦੁਕਾਨਾਂ ਤੋਂ ਲੈਣਾ ਸੀਗਾ? ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਇਹਦੀ ਸਹੀ ਕਲੈਰੀਫਿਕੇਸ਼ਨ ਦਿਓ। ਹਾਊਸ ਨੂੰ ਬਿਲਕੁਲ ਬਰਗਲਾਓ ਨਾ, ਅਸੀਂ ਬਰਗਲਾ ਸਰ ਪੂਰੀ ਬੇਨਤੀ ਸੁਣੋ। ਸਿਆਣੇ ਬਣਾਤਾ, ਇੱਥੇ ਬਣਾ ਕੇ 20 ਸਾਲ। ਸਰ ਪੂਰੀ ਬੇਨਤੀ ਸੁਣ ਲਓ ਜੀ, ਮੇਰੀ ਇੱਕ ਮਿੰਟ ਪੂਰੀ ਗੱਲ ਸੁਣ ਲਓ। ਤੁਸੀਂ ਇੱਕ ਗੱਲ ਨੂੰ ਫੜ ਕੇ ਸਾਡੀ ਗੱਲ ਫੜ ਲਈ ਜੀ, ਐ ਨਾ ਕਰੋ। ਇੰਡਸਟਰੀ ਦਾ ਸਰ ਜਿਹੜਾ ਲੈਂਡ ਯੂਜ਼ ਪਹਿਲਾ ਰੇਟ ਸੀਗਾ ਉਹ ਨੌਨ ਸਕੀਮ ਤੋਂ ਵੀ ਆਪਾਂ 2000 ਰੁਪਏ ਹੀ ਲੈਂਦੇ ਸੀਗੇ। ਸਰਕਾਰ ਨੇ ਇੰਡਸਟਰੀ ਦਾ ਲੈਂਡ ਯੂਜ਼ ਮਾਫ ਕਰ ਦਿੱਤਾ ਹੋਇਆ ਜੀ। ਜਦੋਂ ਇਹ 40 ਕਰੋੜ ਦਾ ਬਜਟ ਤਿਆਰ ਹੋਇਆ ਸੀਗਾ ਉਦੋਂ ਇੰਡਸਟਰੀ ਤੋਂ ਆਪਾਂ ਲੈਂਡ ਯੂਜ਼ ਲੈ ਰਹੇ ਸੀਗੇ। ਹੁਣ ਇੰਡਸਟਰੀ ਤੋਂ ਆਪਾਂ ਲੈਂਡ ਯੂਜ਼ ਨਹੀਂ ਲੈਂਦੇ ਜੀ, ਕਿਉਂਕਿ ਇੰਡਸਟਰੀ ਨੂੰ ਸਰਕਾਰ ਨੇ ਕਿਹਾ ਵਧਾਵਾ ਦੇਣਾ, ਇੰਡਸਟਰੀ ਰੁਕ ਗਈ ਸਰ, ਉੱਥੇ ਅਲੱਗ ਹੀ ਹੋ ਗਿਆ ਜੀ। ਨੌਨ ਸਕੀਮ ਤੋਂ ਸਰ ਆਪਾਂ ਜਿਹੜਾ ਰੇਟ ਪਹਿਲਾਂ ਲੈਂਦੇ ਸੀਗੇ ਗੁਰੂ ਨਾਨਕ ਭਵਨ ਚਲਦੀ ਵੀ ਭਾਜੀ ਸੀਐਮ ਨੂੰ ਨਹੀਂ ਲਿਆ ਜਾ ਰਿਹਾ, ਸਾਰੇ ਨੂੰ ਪਤਾ ਜੀ, ਸਾਰੇ ਹਾਊਸ ਨੂੰ ਪਤਾ। ਠੀਕ ਆ ਜੀ। ਦੂਸਰੀ ਗੱਲ ਬੇਨਤੀ ਹੈਗੀ ਹੈ, ਹੋਟਲ ਇੰਡਸਟਰੀ ਨੂੰ ਆਪਾਂ ਪਹਿਲਾਂ ਜਿਹੜਾ ਸੀਗਾ ਉਹ ਨੌਨ ਸਕੀਮ ਏਰੀਆ 'ਚ ਗਿਣਦੇ ਸੀਗੇ, ਹੁਣ ਉਹਨੂੰ ਵੀ ਆਪਾਂ ਸਰ ਨੌਨ ਸਕੀਮ 'ਚ ਕਰਤਾ, ਉਹਦਾ ਰੇਟ 900 ਰੁਪਏ ਪਰ ਸਕੁਅਰ ਯਾਰਡ ਕਰਤਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ ਉਹ ਸਕੀਮਾਂ ਦਾ ਰੇਟ ਹੈ 26 ਰੁਪਏ 32। ਹਾਊਸ ਦੇ ਮੈਂਬਰ ਨੇ, ਠੀਕ ਹੈ, ਰੱਬ ਨੇ ਤੁਹਾਨੂੰ ਪਾਵਰ ਦਿੱਤੀ ਹੈ, ਲੇਕਿਨ ਅਸੀਂ ਫਿਰ ਤੁਹਾਡੇ ਨਾਲ ਆਪਾਂ ਸਹਿਜ ਕਿਉਂ ਬੰਨੇ ਆਪਾਂ ਅਸੀਂ ਤੁਹਾਡੇ ਨਾਲ ਆ ਫਿਰ ਵੀ। ਇੱਕ ਬੇਨਤੀ ਹੈ ਸਰ, ਤੁਸੀਂ ਸਾਰੇ ਜਿੰਨੇ ਸਰਕਾਰ ਦੇ ਪ੍ਰੋਫੈਸਰ ਸਾਰੇ ਭਰਾਇਆ, ਆਪਾਂ ਇਹ ਗੱਲਾਂ ਅੱਗੇ ਵਾਸਤੇ ਹੁਣ ਚ ਨਾ ਲਿਆਓ, ਅੱਗੇ ਵਾਸਤੇ ਨਾ ਲਿਆਓ। ਗੋਗੀ ਜੀ ਗੱਲ ਇੱਕ ਮਿੰਟ ਸਿੰਘ ਸਾਹਿਬ, ਐਮਐਲਏ ਸਾਹਿਬ ਇੱਕ ਮਿੰਟ ਜੀ, ਬੜਾ ਸਤਿਕਾਰ ਆ, ਤੁਸੀਂ ਪਹਿਲੀ ਵਾਰ ਐਮਐਲਏ ਹੋ, ਪਰ ਜੇ ਤੁਹਾਨੂੰ ਕਿਸੇ ਗੱਲ ਕਿ ਸਾਡੇ 4 ਸਾਲ ਦੇ ਹਾਊਸ ਦੀ ਕੋਈ ਕਮੀ ਲੱਗਦੀ, ਤੁਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ, ਮੇਅਰ ਸਾਹਿਬ ਨੂੰ ਲਿਟਰਲੀ ਸਾਨੂੰ ਦੇ ਦਿਓ, ਪਰ ਇਹ ਜਿਹੇ ਲਫ਼ਜ਼ ਨਾਲ ਯੂਜ਼ ਕਰੋ ਵੀ ਅਸੀਂ ਸਾਰੇ ਸ਼ਹਿਰ ਦੇ ਦੁਸ਼ਮਣ। ਉਹ ਮਾੜਾ ਦੁਸ਼ਮਣ ਆ। ਜੇ ਕੋਈ ਨੈਗਲੈਂਸੀ ਤੁਹਾਨੂੰ ਲੱਗਦੀ ਆ, ਤੁਸੀਂ ਉਸ ਮੇਰੀ ਗੱਲ ਸੁਣੋ ਐਮਐਲਏ ਸਾਹਿਬ, ਜੇ ਤੁਹਾਨੂੰ ਕੋਈ ਲੱਗਦਾ ਕਿ ਸਾਡੇ ਹਾਊਸ ਦੀ ਕੋਈ ਨੈਗਲੈਂਸੀ ਆ, ਸੁਣੋ ਮੇਰੀ ਗੱਲ ਸੁਣੋ, ਤੁਹਾਨੂੰ ਮੇਅਰ ਸਾਹਿਬ ਤੋਂ ਵੀ ਲੱਗਦਾ ਜਸਪਾਲ ਕੋਈ ਨਹੀਂ ਪਾਰਟੀ ਕੀ, ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਪਿਆਰ ਨਾਲ ਇਹ ਹਾਊਸ ਚਲਾਓਗੇ, ਇਸ ਤਰ੍ਹਾਂ ਦੀ ਗੱਲ ਹੋ ਗਈ ਆਪਣੇ ਗੱਲ ਪਤਾ ਕੀ ਹੈ ਜੀ, ਕੋਵਿਡ ਕਰਕੇ ਮੈਨੂੰ ਬੇਨਤੀ ਸੁਣ ਲਓ, ਕੋਵਿਡ ਸਾਹਿਬ ਨਹੀਂ ਦੱਸ ਦੇਣਾ ਨਾ ਨਾ ਛੱਡੋ, ਮੈਂ ਤੁਹਾਡਾ ਛੋਟਾ ਭਾਈ ਹੈ ਨਾ, ਥੋੜਾ ਜਿਹਾ ਮੈਨੂੰ ਕਹਿਣਾ ਪਊਗਾ। ਐਸਟੀਵੀ ਸਾਹਿਬ ਐਸਟੀਵੀ ਸਾਹਿਬ ਆਓ ਜੀ, ਇੱਕ ਮਿੰਟ ਸੰਬੰਧਿਤ ਅਧਿਕਾਰੀਆਂ ਨੂੰ ਐਸਟੀਵੀ ਸਾਹਿਬ ਆਓ ਜੀ ਆਓ। ਟੈਨਿਓਰ ਆ ਚੁੱਕਾ ਸੀ 3 ਮਹੀਨੇ ਰੈਗੂਲਰ, 3 ਮਹੀਨੇ ਸਮਥਿੰਗ ਦੇ ਜਿਹੜੇ 20 ਦਿਨ ਉੱਪਰ ਗਏ ਨੇ ਜੀ, ਇਹ ਉਹਦੇ ਵਿੱਚ ਹੀ ਲੱਗੇ ਹੋਏ ਨੇ ਜੀ। ਇੱਕ ਮਿੰਟ ਫਿਰ ਵੀ ਸਰ ਪੈਸੇ ਪੂਰੇ ਨਹੀਂ ਹੁੰਦੇ ਜੀ। ਫਿਰ ਸਕਦੇ ਆ, ਅਸੀਂ ਪੁੱਛ ਸਕਦੇ ਆ, ਸਾਡਾ ਹੱਕ ਆ, ਡੈਮੋਕ੍ਰੇਸੀ ਆ। ਬੰਦੇ ਬੁਲਾ ਕੇ ਤੁਸੀਂ ਆਪਣੇ ਜਿਹੜੀਆਂ ਕਿਤਾਬਾਂ ਇਹਨਾਂ ਕੋਲੇ ਲੈ ਕੇ ਚਲੇ ਜਾਓ, ਜਾਂ ਕਿ ਉਹਨਾਂ ਦੀ ਆਪਦੀ ਸਿਹਤ ਲਈ ਕਰ ਲਓ, ਕਿਉਂਕਿ ਐਜ਼ ਪਰ ਬਾਈ ਲਾਅ ਤੁਸੀਂ ਜਿਹੜੇ ਆ ਟੈਕਸ ਲੈਣੇ ਆ, ਨਾ ਉੱਥੇ ਗੁੱਡੀ ਦਾ ਸਵਾਲ ਹੈ ਤੇ ਨਾ ਜਿਹੜੇ ਇਹਦੀ ਵਨ ਟਾਈਮ ਸੈਟਲਮੈਂਟ ਲਿਆਓ ਜੀ ਕਮਿਸ਼ਨਰ ਸਾਹਿਬ, ਮੇਅਰ ਸਾਹਿਬ। ਜੇ ਸਾਰਿਆਂ ਤੋਂ ਸਿਰ ਤੋਂ ਨੰਗੀ ਤਲਵਾਰ ਲਾਣੀ ਆ, ਨਹੀਂ ਤਾਂ ਇਹਨਾਂ ਲੋਕਾਂ ਨੂੰ ਤੁੰਨ ਕੇ ਰੱਖਿਆ ਹੋਇਆ। ਪ੍ਰਧਾਨ ਜੀ ਅੱਗੇ ਜਿਹੜੀ ਗੱਲ ਆ ਵਨ ਟਾਈਮ ਸੈਟਲਮੈਂਟ, ਸਾਰਿਆਂ ਤੋਂ ਸਿਮਿਲਰਿਟੀ ਪਾਲਿਸੀ ਹੋਣੀ ਚਾਹੀਦੀ ਹੈ, ਫਿਕਸ ਹੋਣੇ ਚਾਹੀਦੇ ਚਾਰਜ, ਅਗਲੇ ਪੈਸੇ ਦੇ ਬੋਲਣ ਦਿਓ ਸਰ। ਇੱਕ ਮਿੰਟ ਸੁਣ ਲਓ, ਓਟੀਐਕਸ ਜਿਹੜੀ ਬਿਲਡਿੰਗ ਪਲਾਨ ਦੀ ਸੀ, ਉਹਦਾ ਮੈਂ ਮੈਂਬਰ ਸੀ, ਮੈਂ ਦੱਸਣਾ ਚਾਹੁੰਦਾ, ਮੈਂ ਜਿਹੜਾ ਦੇਖਿਆ ਸ਼ਹਿਰ ਵਾਸੀ ਦੀ ਖਾਤਰ 100 ਰੁਪਏ ਦੇ ਕੇ ਆਇਆ ਸੀ, ਠੀਕ ਹੈ, ਪਰ ਵੱਧ ਰੇਟ ਬਿੰਦਰਾ ਤੁਹਾਨੂੰ ਨਹੀਂ ਪਤਾ, ਜਿਹੜਾ ਮੇਰੇ ਨੂੰ ਪ੍ਰਪੋਜ਼ਲ ਵਾਲੀ ਕਾਪੀ ਵੀ ਤੁਹਾਨੂੰ ਸਾਡੇ ਐਮਐਲਏ ਸਮਾਜ ਸਾਡੇ ਹਾਊਸ ਦੇ ਸਕਦਾ। ਹੁਣ ਗਵਰਨਮੈਂਟ ਤੁਹਾਡੀ ਹੈ, ਸਾਡੇ ਨਾਲ ਜੋ ਗਵਰਨਮੈਂਟ ਤੁਹਾਡੀ ਰਹੀ ਹੈ ਜੀ, ਤੁਸੀਂ ਦੇਖਿਆ, ਤੁਸੀਂ ਤੁਹਾਡੇ ਫਿਰ ਮੇਅਰ ਸਾਹਿਬ ਤੁਸੀਂ ਕਿਉਂ ਨਹੀਂ ਕਰਾਇਆ? ਤੁਹਾਡਾ ਹਾਊਸ ਆ, ਤੁਹਾਡੇ ਮੰਤਰੀ ਸੀਗੇ, ਤੁਸੀਂ ਮੇਅਰ ਸੀਗੇ, ਤੁਹਾਡੀ ਗਵਰਨਮੈਂਟ, ਅਸੀਂ ਤਾਂ ਕਰਾਂਗੇ। ਉਹੀ ਤਾਂ ਤੁਹਾਡੇ ਵਿਗੜੇ ਕੰਮ ਅਸੀਂ ਸਵਾਰਨੇ ਹੋ, ਉਹੀ ਮਿਸਮੈਨੇਜਮੈਂਟ ਅਸੀਂ ਸਹੀ ਕਰਨੀਆਂ ਹੋ, ਜਿਹੜੀਆਂ ਤੁਹਾਡੇ ਤੋਂ ਨਹੀਂ ਹੋਈਆਂ, ਉਹੀ ਜਿਹੜਾ ਸਾਰਾ ਸ਼ਹਿਰ ਪਿਸਦਾ ਪਿਆ ਕਰਪਸ਼ਨ ਦੇ ਵਿੱਚ, ਮਹਿੰਗਾਈ ਦੇ ਵਿੱਚ, ਉਹ ਅਸੀਂ ਪੂਰੀਆਂ ਕਰਨੀਆਂ। ਮੇਅਰ ਸਾਹਿਬ, ਤੁਹਾਡੀ ਇਹ ਜ਼ਿੰਮੇਵਾਰੀ, ਤੁਹਾਡੀਆਂ ਨਲਾਇਕੀਆਂ ਅਸੀਂ ਭੁਗਤਾਂਗੇ, ਤੁਹਾਡੀ ਸਰਕਾਰ ਦੀਆਂ ਨਲਾਇਕੀਆਂ ਅਸੀਂ ਭੁਗਤਾਂਗੇ, ਅਸੀਂ ਕਰਾਂਗੇ ਪੂਰੀਆਂ। ਤੁਸੀਂ 5 ਸਾਲ ਕੁਛ ਨਹੀਂ ਕੀਤਾ ਸਵਾਏ ਐਲਾਨ ਕਰਨ ਤੋਂ ਇਲਾਵਾ। ਵਨ ਟਾਈਮ ਸੈਟਲਮੈਂਟ ਆਉਣੀ ਚਾਹੀਦੀ ਸੀ। ਤੁਸੀਂ ਮਾਨਯੋਗ ਮੇਅਰ ਸੀ, ਤੁਹਾਡਾ ਮੰਤਰੀ ਸੀ, ਜਿਹਨੂੰ ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਬੜੇ ਕੰਮ ਕਰਾਏ ਨੇ, ਵਨ ਟਾਈਮ ਸੈਟਲਮੈਂਟ ਕਿਉਂ ਨਹੀਂ ਲੈ ਕੇ ਆਏ ਹੋ? ਕਿਉਂ ਨਹੀਂ ਲੈ ਕੇ ਆਏ ਹੋ? ਲੈ ਕੇ ਆਉਣੀ ਚਾਹੀਦੀ ਸੀ। ਲੈਂਡ ਯੂਜ਼ ਦਾ ਰੇਟ ਹੈ ਉਹ ਪਹਿਲਾਂ ਹਰ ਸਾਲ ਵਧਦਾ ਰਿਹਾ ਵਾ। ਆਪਣਾ ਟੈਕਸ ਜਦੋਂ ਜਨਾਬ ਇੱਥੇ ਕਾਉਂਸਲਰ ਸੀਗੇ ਉਦੋਂ 2700 ਰੁਪਏ ਸੀਗਾ ਜੀ। ਤੁਹਾਨੂੰ ਯਾਦ ਹੋਣਾ ਜੀ, ਜੋ ਵੀ ਮਾਰਕੀਟ 'ਚ ਪਹਿਲਾਂ ਤੁਸੀਂ ਅਸੈਸਮੈਂਟ ਆਪ ਕਰਵਾਈਆਂ ਹੋਈਆਂ ਨੇ 2700 ਰੁਪਏ ਗਜ ਨਾਲ ਕਰਾਈਆਂ ਨੇ। ਜਿਹੜੀ ਮਾਰਕੀਟ ਗੱਲ ਕਰ ਰਹੀ ਹੈ ਉਹ ਕਰ ਰਹੀ ਹੈ ਜੀ ਕਿ ਸਾਡੇ ਕੋਲੋਂ 26 ਰੁਪਏ ਦੇ ਹਿਸਾਬ ਨਾਲ ਕੰਪੋਜੀਸ਼ਨ ਚਾਰजेस ਲੈ ਜਾਣ।
ਸੋ ਸਰ ਉਹ ਜਿਹੜਾ 40 ਕਰੋੜ ਦਾ ਟਾਰਗੇਟ ਹੈ ਉਹ ਡਿਊ ਟੂ ਇਲੈਕਸ਼ਨ ਕੋਡ ਦਾ 3 ਮਹੀਨੇ ਰੈਗੂਲਰ ਬੀਤੇ ਹੈ ਜੀ। ਇੱਕ ਮਿੰਟ ਬਿੰਦਰਾ ਜੀ ਹੁਣ ਜੀ ਸਰ। ਸਰ ਕਰਦਾ ਜੀ 2.83 ਲੱਖ 9.77 ਕਰੋੜ ਰੁਪਏ ਸੀ 9 ਕਰੋੜ 77 ਲੱਖ ਰੁਪਏ ਸਾਡਾ ਕੁਮਾਰ ਮੰਡੀ ਦੇ ਵਿੱਚ ਰੁਕਿਆ ਹੋਇਆ ਵਾ। ਲੋਕਾਂ ਦੇ ਕੋਲ ਨੋਟਿਸ ਗਏ ਨੇ ਮਾਨਯੋਗ ਸਾਡੇ ਜਿਹੜੇ ਨੇ ਐਮਐਲਏ ਸਾਹਿਬ ਗੋਗੀ ਸਾਹਿਬ ਇਹਨਾਂ ਦੇ ਕੁਝ ਦਿਨ ਪਹਿਲਾਂ ਮੀਟਿੰਗ 'ਚ ਕਿਹਾ ਸੀਗਾ ਕਿ ਨਹੀਂ ਤੁਸੀਂ ਇਹ ਰੇਟ ਵੱਧ ਲਾਏ ਹੋਏ ਨੇ ਇਹਨਾਂ ਦੇ ਉੱਤੇ ਹਾਲ ਦੀ ਕੜੀ ਰੋਕ ਲਗਾਈ ਜਾਵੇ। ਇੱਕ ਮਿੰਟ ਮੇਰੀ ਬੇਨਤੀ ਸੁਣੋ। ਸਰ ਇੱਕ ਮਿੰਟ ਮੈਂ ਜਵਾਬ ਲੈ ਲੈਂਦਾ ਨਹੀਂ ਇੱਕ ਮਿੰਟ ਏਜੰਡਾ ਵੋਟਿੰਗ ਦਾ ਪਾਸ ਹੋ ਸਕਦਾ ਕੋਈ ਜ਼ਰੂਰਤ ਨਹੀਂ ਤੁਸੀਂ ਆਪਣਾ ਏਜੰਡਾ ਡਿਸਕਸ਼ਨ ਦਾ ਪਾਸ ਕਰੋ ਬਿਲਕੁਲ ਪਾਸ ਕਰ ਸਕਦੇ ਅਸੀਂ ਏਜੰਡਾ ਪਾਸ ਹੋਣ ਵਾਲੀ ਗੱਲ ਵਾਪਸ ਆਓ ਜਿਹੜਾ ਵੀ ਚੋਰ ਦਾ ਵਾਪਸ ਆਓ ਪਾਸ ਏਜੰਡਾ ਤੇ ਧੱਕੇ ਕਰ ਦੋਗੇ ਬਸ ਤੁਸੀਂ ਪਾਸ ਕਰ ਸਕਦੇ ਨਹੀਂ ਕਰੀਏ ਤਾਂ ਕਰੋ ਮੇਰੀ ਗੱਲ ਸੁਣੋ ਆਜਾ ਮਿਲੋ ਤੁਸੀਂ ਪਾਸ ਕਰ ਸਕਦੇ ਬਹਿਸ ਚੱਲ ਰਹੀ ਆ ਤੁਸੀਂ ਆਪਣਾ ਪੱਖ ਰੱਖੋ ਤੇ ਬਹਿਸ ਚੱਲ ਰਹੀ ਆ ਤੁਸੀਂ ਆਪਣਾ ਪੱਖ ਰੱਖੋ ਕੀ ਰੱਖ ਰਹੇ ਆ ਤੁਸੀਂ ਆਪਣਾ ਪੱਖ ਰੱਖੋ ਲੇਕਿਨ ਦੋ ਵੀ ਆਪਣੀ ਗੱਲ ਨਹੀਂ ਬੋਲੋ ਤੁਸੀਂ ਵੀ ਹਾਊਸ ਦੇ ਮੈਂਬਰ ਵੀ ਹੁੰਦੇ ਸੀਗੇ ਠੀਕ ਹੈ ਪਰਮਾਤਮਾ ਨੇ ਕੰਮ ਸੁਣਨ ਦੀ ਲੋੜ ਨਹੀਂ ਕਰਦਾ ਨੂੰ ਕਿਹਨੇ ਪਿਆਰ ਨਾਲ ਗੱਲ ਕਰੋ ਕਰ ਰਹੇ ਆ ਕੋਈ ਗੱਲ ਨਹੀਂ ਕਰ ਰਿਹਾ ਇਹ ਆਪਣੀ ਗੱਲ ਦੇ ਉੱਪਰ ਨਾ ਆਪਣੀ ਗਲਤੀ ਮੰਨਣੀ ਚਾਹੀਦੀ। ਆਪਾਂ ਤੁਹਾਡੇ ਨਾਲ ਦੇ ਆ ਤੁਹਾਡੇ ਸਾਥੀ ਆ ਆਪਾਂ ਦੁਸ਼ਮਣ ਨਹੀਂ ਹੋਏ ਆਪਾਂ ਆਪਣੀਆਂ ਸਰਕਾਰਾਂ 'ਚ ਧਰਨੇ ਲਾਏ ਨੇ ਆਪਣੀਆਂ ਸਰਕਾਰਾਂ 'ਚ ਧਰਨੇ ਲਾਏ ਸਾਰੇ ਆਪਾਂ ਤੁਹਾਡੇ ਸਾਥੀ ਆ ਸਾਰੇ ਹਾਊਸ ਤੋਂ ਹੱਥ ਬਣ ਕੇ ਮਾਫੀ ਮੰਗਦਾ ਧੰਨਵਾਦ ਮੇਰੇ ਸਾਹਿਬ ਕਾਰਵਾਈ ਸ਼ੁਰੂ ਕਰੋ ਯਾਰ ਹਾਊਸ ਮੈਂ ਠੀਕ ਆ ਓਕੇ ਮੇਰੇ ਸਾਹਿਬ ਕੋਈ ਗੱਲ ਨਹੀਂ ਅੱਗੇ ਹੋ ਗਿਆ ਮੇਰੇ ਸਾਹਿਬ ਹਾਊਸ ਦੀ ਕਾਰਵਾਈ ਸ਼ੁਰੂ ਕਰੋ ਯਾਰ ਹਾਊਸ ਦੀ ਕਾਰਵਾਈ ਸ਼ੁਰੂ ਹੋ ਗਿਆ ਜੀ ਸਾਰੇ ਹੌਸਲੇ ਮੈਂ ਕਹਿੰਦਾ ਬੈਠ ਜਾ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਚੁੱਪ ਕਰਕੇ ਬੈਠ ਜਾਓ ਤੁਸੀਂ ਮੈਨੂੰ ਜੋ ਮਰਜ਼ੀ ਕਹੋ ਤੁਸੀਂ ਸਾਰੇ ਹੌਸਲੇ ਨਾਲ ਕਹਿੰਦਾ ਸਾਰੇ ਹੌਸਲੇ ਕਹਿੰਦੇ ਤੁਸੀਂ ਤੁਹਾਡੇ ਨਾਲ ਤੁਸੀਂ ਉਹ ਹੀ ਮੇਰਾ ਜਵਾਬ ਦਿਓ ਹਾਊਸ ਜਿੱਥੋਂ ਮੈਂ ਪਹਿਲਾਂ ਵੀ ਮੇਰਾ ਸਰਕਾਰ ਬੈਠਾ ਕੋਈ ਸਾਰੇ ਦੇ ਨਾਲ ਹੋ ਰਿਹਾ ਹੋਣੇ ਵਾਲੀ ਅਸੀਂ ਹਾਊਸ ਦੇ ਕੋਲੇ ਹਾਂ ਇਹਨੂੰ ਕਲੀਅਰ ਕਰੋ ਚਲੋ ਜੀ ਕਰੋ ਇਹ ਮੇਰੇ ਸਾਥੀ ਨੇ ਤੁਸੀਂ ਆਪਣੀ ਹਰ ਗੱਲ ਦਾ ਜਵਾਬ ਦੇ ਦਿਓ ਤੇ ਸਾਨੂੰ ਦੱਸੋ ਅੱਜ ਹੀ ਅਸੀਂ ਸਾਰੇ ਕੌਂਸਲ ਨਾਲ ਝੋਰ ਬਣਾਤਾ ਬਈ ਦੁਸ਼ਮਣ ਦੇ ਸਿਰ ਸਾਡੇ ਕੋਈ ਗੋਗੀ ਨਹੀਂ ਹੈ ਸਾਡੇ ਬਾਹਰ ਸਭ ਤੁਹਾਡੀ ਜ਼ਿੰਮੇਵਾਰੀ ਸੀ ਅਸੀਂ ਝੋਰ ਨਹੀਂ ਹੈਗੇ ਅਸੀਂ ਝੋਰ ਨਹੀਂ ਹੈਗੇ ਅਸੀਂ ਝੋਰ ਨਹੀਂ ਹੈਗੇ ਮੈਂ ਕਿਹਾ ਅਸੀਂ ਝੋਰ ਨਹੀਂ ਹੈਗੇ ਤੁਸੀਂ ਸਾਡੇ ਨਾਲ ਮਿਲ ਸਕਦੇ ਉਹਨਾਂ ਨਹੀਂ ਦਿੱਤਾ ਗਿਆ ਤੁਸੀਂ ਦਹੀਂ ਤੁਸੀਂ ਬਿਲਕੁਲ ਨਹੀਂ ਬੈਠੇ ਸੱਚ ਬੋਲਦੇ ਆ ਸੱਚ ਬੋਲਦੇ ਆ ਉਹ ਕਰਕੇ ਬੋਲਦੇ ਆ ਚਰਿਆ ਬੋਲਦੇ ਆ ਉਹ ਸਾਡੇ 4 ਸਾਲ 70 ਸੱਚ ਬੋਲ ਗਿਆ ਉਹ ਨਹੀਂ ਸਰ ਤੁਸੀਂ ਪ੍ਰੈਸ ਤੁਸੀਂ ਪ੍ਰੈਸ ਇਹਦਾ ਹਾਊਸ ਨਹੀਂ ਚੱਲਦੇ ਇਹਦਾ ਹਾਊਸ ਨਹੀਂ ਚੱਲਦੇ ਗੋਗੀ ਜੀ ਆਪਣੇ ਕੀ ਕਾਰਨ ਸੀਗਾ ਜਿਹਦੇ ਕਰਕੇ ਬੈਂਸ ਸੀ ਬਹੁਤ ਜ਼ਿਆਦਾ ਅੱਜ ਹੀ ਜਿਹੜਾ ਗੋਗੀ ਐਮਐਲਏ ਬਣ ਕੇ ਆਇਆ ਇਹਨੇ ਸਾਰੇ ਕੌਂਸਲਰ ਜਿੰਨੇ ਆ ਉਹਨਾਂ ਸਾਰਿਆਂ ਦੀ ਤਹੀਨ ਕੀਤੀ ਸਾਰਿਆਂ ਨੂੰ ਸ਼ਹਿਰ ਦਾ ਦੁਸ਼ਮਣ ਦੱਸਿਆ ਅਸੀਂ ਉਹਦੇ ਤੋਂ ਮਾਫੀ ਮੰਗਾ ਕੇ ਹਟੇ ਆ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਆ ਅਸੀਂ ਇਹੋ ਜਿਹੀ ਗੱਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦਾ ਅਸੀਂ ਜਿੱਥੇ ਵੀ ਇਹ ਸਾਡੇ ਕੌਂਸਲਰਾਂ ਦੇ ਖਿਲਾਫ ਬੋਲਾਂਗੇ ਅਸੀਂ ਉਹਦੇ ਤੇ ਐਕਸ਼ਨ ਲਵਾਂਗੇ ਆਫਟਰ ਕੌਂਸਲਰ ਬਟਾਇਆ ਡਿਵੈਲਪਮੈਂਟ ਦੇ ਕੰਮ ਥੋੜੇ ਜਿਹੇ ਇਲੈਕਸ਼ਨ ਕਰਕੇ ਰੁਕ ਗਏ ਸੀ
ਬਿਲਕੁਲ ਕੋਈ ਕੰਮ ਰੁਕੂਗਾ ਨਹੀਂ। ਅਗਲੀ ਡਿਵੈਲਪਮੈਂਟ ਕੀ ਹੋਊਗੀ, ਕੀ ਲੱਗਦਾ ਨਹੀਂ ਕੋਈ ਫਾਈਨੈਂਸ ਇੱਕ ਆਲ ਪਾਰਟੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਕਾਉਂਸਲਰਸ ਨੇ ਮੁੱਦਾ ਉਠਾਇਆ ਸੀਗਾ ਕਿ ਜਿਹੜੇ ਨਵੇਂ ਐਮਐਲਏ ਨੇ ਉਹ ਬਿਨਾਂ ਦੱਸੇ ਜਾ ਕੇ ਉਦਘਾਟਨ ਕਰ ਰਹੇ ਅੱਜ ਨੇ। ਉਹੀ ਆ ਤੁਹਾਡੇ ਸਾਹਮਣੇ ਇੱਥੇ ਗੱਲ ਹੋ ਗਈ ਹੈ, ਸਾਰੇ ਉਹ ਕਹਿੰਦੇ ਨਾਲ ਲੈ ਕੇ ਜਾਵਾਂਗੇ। ਦੇਖੋ ਉਹਨਾਂ ਦੀ ਕਰਨੀ ਤੇ ਕਥਨੀ 'ਚ ਕਿੰਨਾ ਕੁ ਫਰਕ ਪੈਂਦਾ। ਬਿਲਕੁਲ ਉਹਨਾਂ ਨੇ ਸਹਿਮਤੀ ਦਿੱਤੀ, ਅਸੀਂ ਇਲਾਕਾ ਕੌਂਸਲ ਨੂੰ ਨਾਲ ਲੈ ਕੇ ਜਾਵਾਂਗੇ ਔਰ ਇਹੀ ਮਰਿਆਦਾ ਚੱਲੀ ਜਾਂਦੀ, ਇਹੀ ਚੱਲੇਗੀ ਔਰ ਮੈਂ ਉਹਨਾਂ ਦਾ ਕਾਰਪੋਰੇਸ਼ਨ ਨੇ ਜਿਹੜੇ ਜੀ ਪੈਸੇ ਨਹੀਂ ਇਕੱਠੇ ਕੀਤੇ ਜਿਹਦੇ ਵਿਵਾਦ ਹੋਇਆ ਕਿ ਵੀ ਨਹੀਂ ਪੂਰੇ ਗੱਲ ਕੀ ਹੈ, ਬਿਲਕੁਲ ਕਿਤੇ ਰਹਿ ਗਈ ਨਹੀਂ ਹੈ ਕਮੀ ਕੋਵਿਡ ਕਰਕੇ ਜਾਂ ਸ਼ਹਿਰੀਆਂ ਨੂੰ ਧੱਕਾ ਕਰਦੇ ਚੰਗਾ ਨਹੀਂ ਸੀ ਲੱਗਦਾ। ਹੁਣ ਬਿਲਕੁਲ ਰਿਕਵਰੀ ਜਿੰਨੀ ਕੁ ਟਾਰਗੇਟ ਦਿੱਤਾ ਸੀ ਆਲਮੋਸਟ ਕੰਪਲੀਟ ਹੋ ਗਿਆ। ਜਿਹੜੀ ਕਮੀ ਰਹਿ ਗਈ ਅਗਲੇ ਸਾਲ ਅਸੀਂ ਪੂਰੀ ਕਰ ਲਵਾਂਗੇ। ਇਹਨੂੰ ਲੈ ਕੇ ਕਾਫੀ ਗਰਮਾ ਗਰਮੀ ਦੇਖਣ ਨੂੰ ਮਿਲੀ। ਕੋਈ ਗਰਮਾ ਗਰਮੀ ਨਹੀਂ, ਪਰਿਵਾਰ ਦੇ ਵਿੱਚ ਜਦੋਂ ਕੋਈ ਗੱਲਾਂ ਕਰਦਾ ਹੁੰਦਾ, ਕਿਸੇ ਨੂੰ ਕੋਈ ਗੱਲ ਚੰਗੀ ਲੱਗਦੀ ਹੁੰਦੀ ਹੈ, ਕਿਸੇ ਨੂੰ ਕੋਈ ਗੱਲ ਚੁੱਭ ਜਾਂਦੀ ਹੈ, ਕੋਈ ਇਹੋ ਜਿਹਾ ਮਸਲਾ ਨਹੀਂ। ਅਸੀਂ ਤਾਂ ਇਹੀ ਚਾਹੁੰਦੇ ਹਾਂ ਲੁਧਿਆਣੇ ਦੀ ਜਨਤਾ ਨੇ ਜਿਵੇਂ ਸਾਨੂੰ ਆਸ਼ੀਰਵਾਦ ਦਿੱਤਾ। ਅੱਜ ਨਗਰ ਨਿਗਮ ਦੇ ਬਜਟ ਦੀ ਮੀਟਿੰਗ ਸੀਗੀ। ਬਜਟ ਬੜਾ ਵਧੀਆ, ਬਜਟ ਦੀ ਇੱਕ ਏਜੰਡੇ ਦੇ ਉੱਤੇ ਬਹਿਸ ਹੋਈ, ਗੱਲਾਂ ਹੋਈਆਂ, ਤਜਵੀਜ਼ਾਂ ਹੋਈਆਂ। ਮੇਅਰ ਸਾਹਿਬ ਦੀ ਅਗਵਾਈ 'ਚ ਮੀਟਿੰਗ ਹੋਈ ਜਿਹੜੀ ਸ਼ਹਿਰ ਦੀ ਤਰੱਕੀ ਨੂੰ ਅੱਗੇ ਤਰੱਕੀ ਪਾਉਣ ਲਈ, ਸ਼ਹਿਰ ਨੂੰ ਤਰੱਕੀ ਦੀ ਲੀਹਾਂ 'ਤੇ ਲਿਜਾਣ ਲਈ ਮੀਟਿੰਗ ਬੜੀ ਅਹਿਮ ਸਾਬਤ ਹੋਊਗੀ। ਹਾਂ, ਕੁਛ ਮੁੱਦੇ 'ਤੇ ਬਹਿਸ ਬਸਾਈ ਹੋਈ ਆ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਜੀ ਨਾਲ, ਤੇ ਹੋਰ ਵੀ ਕਿਸੇ ਮੁੱਦੇ 'ਤੇ ਬਹਿਸ-ਬੂਸ ਹੋਈ ਹੈ। ਕੋਈ ਨਹੀਂ, ਥੋੜ੍ਹੀ ਬਹੁਤੀ ਬਹਿਸ ਚੱਲਦੀ ਰਹਿੰਦੀ ਹੈ, ਪਰ ਗੋਗੀ ਜੀ ਨੇ ਬਾਅਦ 'ਚ ਉਹ ਸ਼ਬਦ ਆਪਦੇ ਵਾਪਸ ਲੈ ਲਏ ਸੀ। ਸਰ ਤੁਸੀਂ ਆਪਣੇ ਏਰੀਆ 'ਚ ਕਿਸ ਮੁੱਦੇ 'ਤੇ ਗੱਲ ਕੀਤੀ? ਮੈਂ ਆਪਦੇ ਏਰੀਏ 'ਚ ਅਵੈਧ ਕਲੋਨੀਆਂ ਜਿਹੜੀਆਂ ਨਜਾਇਜ਼ ਬਣ ਰਹੀਆਂ ਨੇ ਤੇ ਸੀਵਰੇਜ ਪਾਣੀ ਜਿਹੜਾ ਦੀ ਪ੍ਰੋਬਲਮ ਆ ਸ਼ਹਿਰ ਦੀ, ਉਹਦੇ ਵਾਸਤੇ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ। ਸਰ ਪਿਛਲੀ ਸਰਕਾਰ ਤੁਸੀਂ ਅਵੈਧ ਕਲੋਨੀਆਂ ਮੁੱਦਾ ਚੱਕਿਆ ਸੀ, ਸਰ ਤੁਹਾਨੂੰ ਲੱਗਦਾ ਜੀ ਹੁਣ ਹੱਲ ਹੋਊਗਾ? ਮੈਨੂੰ ਲੱਗਦਾ ਹੁਣ ਹੱਲ ਹੋਏਗਾ ਕਿਉਂਕਿ ਸਰਕਾਰ ਵੀ ਬਦਲੀ ਹੈ। ਜੇਕਰ ਇਹਨਾਂ ਨੇ ਕਾਰਪੋਰੇਸ਼ਨ ਦੇ ਤੌਰ ਤੇ ਹੱਲ ਨਾ ਕੀਤਾ ਤਾਂ ਮੈਨੂੰ ਬਹੁਤ ਜਲਦੀ ਫਾਈਲ ਨੂੰ ਚੰਡੀਗੜ੍ਹ ਲੈ ਕੇ ਜਾਊਂਗਾ, ਚੀਫ ਮਿਨਿਸਟਰ ਦੇ ਕੋਲ ਵੀ, ਚੀਫ ਵਿਜੀਲੈਂਸ ਕਮਿਸ਼ਨਰ ਦੇ ਕੋਲ ਵੀ, ਵਿਜੀਲੈਂਸ ਦੀ ਟੀਮ ਕੋਲ ਵੀ ਜਾਂਚ ਕਰਾਊਂਗਾ। ਮੈਂ ਨਜਾਇਜ਼ ਕਲੋਨੀ ਆਪਦੇ ਏਰੀਏ ਚੱਲਣ ਨਹੀਂ ਦੇਣੀ ਹੈ।